ਜਿੰਨਾ ਚਿਰ ਤੁਸੀਂ ਰੇਟ ਦਾ ਕੰਟਰੋਲ ਤੁਹਾਡੇ ਹੱਥ 'ਚ ਨਹੀਂ ਰਹੇਗਾ ਉਹਨਾਂ ਚਿਰ ਤੁਸੀਂ ਭਾਵੇਂ ਕਿੰਨਾ ਮਰਜ਼ੀ ਪ੍ਰੋਡਕਸ਼ਨ ਵਧਾ ਲਓ ਤੁਸੀਂ ਪ੍ਰੋਫਿਟ ਨਹੀਂ ਕਮਾ ਸਕਦੇ। ਅੱਜ ਸਾਡੇ ਮਾਪੇ ਨੇ ਸਾਡੇ ਬਜ਼ੁਰਗਾਂ ਨੇ ਹਰਿਤ ਕ੍ਰਾਂਤੀ ਲੈ ਕੇ ਆਏ ਸੀਗੇ, ਹੁਣ ਸਾਨੂੰ ਲੋੜ ਹੈ ਕਿ ਅਸੀਂ ਉਦਯੋਗਿਕ ਕ੍ਰਾਂਤੀ ਲੈ ਕੇ ਆਈਏ। ਸਾਡੇ ਵਾਸਤੇ ਪੈਸਾ ਵੀ ਕਮਾਉਣਾ, ਇੱਕ ਇੱਜ਼ਤ ਨਾਲ ਪੈਸਾ ਕਮਾਉਣਾ ਸਾਡੀ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਹੈ। ਇਸੇ ਕਰਕੇ ਸਾਡਾ ਬਹੁਤ ਸਾਰਾ ਨੌਜਵਾਨ ਸਿਰਫ ਪੈਸੇ ਕਰਕੇ ਬਾਹਰ ਜਾ ਰਿਹਾ। ਅੱਜ ਲੋੜ ਹੈ ਕਿ ਜਿਹੜਾ ਪ੍ਰੋਡਕਟ ਤੁਸੀਂ ਬਣਾ ਰਹੇ ਹੋ ਅਗਰ ਉਹਦੀ ਕੁਆਲਿਟੀ ਨੂੰ ਅਸੀਂ ਪੂਰਾ ਸਟੈਂਡਰਡਾਈਜ਼ ਕਰੀਏ, ਵਧੀਆ ਕੁਆਲਿਟੀ ਦਾ ਪ੍ਰੋਡਕਟ ਅਸੀਂ ਤਿਆਰ ਕਰੀਏ ਅਤੇ ਉਸ ਨੂੰ ਪੂਰੇ ਇੰਡੀਆ ਦੇ ਵਿੱਚ ਅਤੇ ਆਊਟ ਆਫ ਇੰਡੀਆ ਵੀ ਵੇਚੀਏ, ਉਹਦੇ ਵਾਸਤੇ ਅਸੀਂ ਮੈਂ ਤੇ ਮੇਰੀ ਟੀਮ ਅਸੀਂ ਮਿਲ ਕੇ ਕੰਮ ਕਰਾਂਗੇ। ਪ੍ਰੋਫਿਟ ਤਾਂ ਹੀ ਨਿਕਲੇਗਾ ਜੇ ਅਸੀਂ ਪ੍ਰੋਪਰਲੀ ਉਸ ਦਾ ਦੇਖਾਂਗੇ ਕਿ ਸਾਡੀ ਐਕਸਪੈਂਸ ਕੀ ਆ ਰਹੇ ਨੇ ਪ੍ਰੋਡਕਸ਼ਨ ਦੇ, ਔਰ ਉਸ ਤੋਂ ਬਾਅਦ ਮਾਰਕੀਟਿੰਗ ਦੇ ਕੀ ਐਕਸਪੈਂਸ ਆ ਰਹੇ ਨੇ। ਉਹ ਪ੍ਰੋਡਕਟ ਟੂ ਪ੍ਰੋਡਕਟ, ਇੰਡਸਟਰੀ ਟੂ ਇੰਡਸਟਰੀ ਡਿਪੈਂਡ ਕਰੇਗਾ। ਅਗਰ ਅਸੀਂ ਕਹੀਏ ਕਿ ਬਹੁਤ ਸਾਰੇ ਵੱਡੇ ਕਾਰਪੋਰੇਟਸ ਨੇ, ਅਸੀਂ ਉਹਨਾਂ ਨਾਲ ਮੱਥਾ ਲਾ ਲਈਏ, ਅੱਜ ਸਾਡੀ ਔਕਾਤ ਨਹੀਂ ਹੈਗੀ ਕਿ ਮੈਂ ਉਹਨਾਂ ਨਾਲ ਜਾ ਕੇ ਮੱਥਾ ਲਾ ਲਈਏ। ਅੱਜ ਸਾਡੀਆਂ ਜੜ੍ਹਾਂ ਮਜ਼ਬੂਤ ਕਰਨੀਆਂ, ਸਾਡੇ ਪੈਰ ਪੱਕੇ ਕਰਨ ਦੀ ਜ਼ਰੂਰਤ ਹੈਗੀ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਮੈਂ ਹਾਂ ਸਰਖਾਬ। ਦੋਸਤੋ, ਕਿਸਾਨਾਂ ਦੀ ਲੜਾਈ ਸਰਕਾਰ ਦੇ ਨਾਲ ਕਾਰਪੋਰੇਟ ਘਰਾਣਿਆਂ ਦੀ ਵੀ ਹੈ ਕਿ ਕਿਸ ਤਰੀਕੇ ਨਾਲ ਕਿਸਾਨਾਂ ਦੀ ਲੁੱਟ ਖਸੁੱਟ ਹੋ ਰਹੀ ਹੈ, ਜਾਂ ਕਿਸਾਨਾਂ ਦਾ ਜੋ ਅਸਲੀ ਹੱਕ ਬਾਜ਼ਾਰ ਤੇ ਹੈ ਉਹ ਕਿਸਾਨਾਂ ਨੂੰ ਨਹੀਂ ਮਿਲਦਾ, ਸਗੋਂ ਕਿਸਾਨਾਂ ਦੇ ਜ਼ਰੀਏ ਕਾਰਪੋਰੇਟ ਘਰਾਣੇ ਨੇ, ਜੋ ਵੱਡੇ ਕੁਝ ਕੁ ਘਰਾਣੇ ਨੇ ਉਹ ਲੈ ਰਹੇ ਨੇ। ਇਸੇ ਕਰਕੇ ਕਿਸਾਨ ਆਪਣੀਆਂ ਹੱਕਾਂ ਦੇ ਲਈ ਦਿੱਲੀ ਦੇ ਬਾਰਡਰਾਂ ਤੇ ਬੈਠੇ ਨੇ, ਅੰਦੋਲਨ ਕਰ ਰਹੇ ਨੇ। ਖੈਰ, ਅੰਦੋਲਨ ਬੜੇ ਲੰਮਾ ਸਮਾਂ ਹੋ ਗਿਆ, 5 ਮਹੀਨੇ ਤੋਂ ਉੱਪਰ ਹੋ ਗਿਆ ਤੇ ਹਜੇ ਪਤਾ ਨਹੀਂ ਕਿੰਨਾ ਚਿਰ ਹੋਰ ਚੱਲਣਾ। ਪਰ ਇਸ ਦੌਰਾਨ ਇੱਕ ਨਵੀਂ ਦਿਸ਼ਾ ਚਾਹੀਦੀ ਹੈ ਕਿ ਕਿਸਾਨ ਆਪਦਾ ਬਾਜ਼ਾਰ ਜਾਂ ਉਸ ਕਾਰਪੋਰੇਟ ਘਰਾਣੇ ਦੇ ਨਾਲ ਕਿਵੇਂ ਮੱਥਾ ਲਾਵੇ, ਕਿਵੇਂ ਉਹ ਤੋਂ ਉੱਪਰ ਹੋਵੇ, ਕਿਵੇਂ ਪੂਰੇ ਅੰਤਰਰਾਸ਼ਟਰੀ ਪੱਧਰ ਤੱਕ ਆਪਣਾ ਪ੍ਰੋਡਕਟ ਲੈ ਕੇ ਜਾਵੇ, ਆਪਦਾ ਅੰਤਰਰਾਸ਼ਟਰੀ ਬਾਜ਼ਾਰ ਕਿਵੇਂ ਬਣਾਵੇ। ਅਜਿਹੀ ਪਹਿਲ ਕੀਤੀ ਹੈ ਇੱਕ ਨੌਜਵਾਨ ਨੇ, ਮੋਹਾਲੀ ਦੇ ਇੱਕ ਨੌਜਵਾਨ ਹੈ ਮੇਰੇ ਨਾਲ, ਸਰਦਾਰ ਪ੍ਰਵਿੰਦਰ ਸਿੰਘ ਨੇ, ਜਿਨ੍ਹਾਂ ਨੇ ਕਿਸਾਨ ਰਾਈਜ਼ ਇੱਕ ਮੁਹਿੰਮ ਕਹਿ ਦਈਏ ਜਾਂ ਕਿਸਾਨਾਂ ਨੂੰ ਇੱਕ ਬਾਜ਼ਾਰ, ਜੋ ਅੰਤਰਰਾਸ਼ਟਰੀ ਬਾਜ਼ਾਰ ਉਹ ਮੁਹੱਈਆ ਕਰਵਾਉਣ ਦੇ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਹੈ। ਸੋ ਸਰਦਾਰ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ। ਬਹੁਤ ਬਹੁਤ ਮਿਹਰਬਾਨੀ ਜੀ ਤੁਹਾਡੀ। ਕਿਸਾਨ ਦੀ ਮੈਂ ਪਹਿਲਾਂ ਹੀ ਗੱਲ ਕਰ ਚੁੱਕਿਆ ਹਾਂ ਕਿ ਕਿਸਾਨ ਨੂੰ ਉਹ ਮੁੱਲ ਨਹੀਂ ਮਿਲਿਆ ਜੋ ਉਹਨੂੰ ਅਸਲ ਅੰਤਰਰਾਸ਼ਟਰੀ ਬਾਜ਼ਾਰ 'ਚ ਮਿਲਣਾ ਚਾਹੀਦਾ ਸੀ। ਉਹਨੂੰ ਇੱਕ MSP ਮਿਲ ਜਾਂਦੀ, ਉਸ ਤੋਂ ਬਾਅਦ ਉਸ ਕਣਕ ਦਾ ਚਾਹੇ ਆਟਾ ਬਣਦਾ, ਚਾਹੇ ਗਲੂਟਨ, ਚਾਹੇ ਮੈਦਾ, ਜੋ ਮਰਜ਼ੀ ਬਣਦਾ, ਬਿਸਕੁਟ ਬਣਦਾ, ਉਹਦੇ ਪ੍ਰਾਈਸ ਕਿਸਾਨ ਤੱਕ ਨਹੀਂ ਪਹੁੰਚਦਾ। ਕਿਸਾਨ ਰਾਈਜ਼ ਇਹ ਬੜਾ ਵਧੀਆ ਨਾਮ ਲੱਗਦਾ ਆ, ਬੜੀ ਚੰਗੀ ਚੀਜ਼ ਲੱਗਦੀ ਹੈ ਵੀ ਕਿਸਾਨ ਇਸ ਤੋਂ ਬਾਅਦ ਰਾਈਜ਼ ਕਰੇਗਾ, ਕਿਸਾਨ ਉੱਠੇਗਾ। ਸੋ ਇਹ ਅਸਲ ਦੇ ਵਿੱਚ ਕਨਸੈਪਟ ਹੈ ਕਿ ਕਿਸ ਤਰੀਕੇ ਨਾਲ ਕੰਮ ਕਰੇਗਾ, ਜਾਂ ਤੁਸੀਂ ਇਸ ਚੀਜ਼ ਨੂੰ ਲੈ ਕੇ ਕਿਸ ਦਿਸ਼ਾ ਦੇ ਵਿੱਚ ਜਾ ਰਹੇ ਹੋ? ਅੱਜ ਤੱਕ ਜੋ ਕਿਸਾਨ ਦਾ ਕੰਮ ਰਿਹਾ ਉਹ ਫਸਲ ਖੁਦ ਬੀਜਦਾ, ਭਾਅ ਕੋਈ ਉਸਦਾ ਦੂਜਾ ਬੰਦਾ ਤਿਆਰ ਕਰਦਾ। ਕਿਉਂ ਨਾ ਕੋਈ ਇਸ ਤਰ੍ਹਾਂ ਸਾਡੇ ਮਨ ਦੇ ਵਿੱਚ ਇਹ ਸੀਗਾ ਕਿ ਇਸ ਤਰ੍ਹਾਂ ਦਾ ਕੋਈ ਪ੍ਰੋਜੈਕਟ ਤਿਆਰ ਕੀਤਾ ਜਾਵੇ ਜਿੰਦੇ ਵਿੱਚ ਉਹ ਫਾਈਨਲ ਪ੍ਰੋਡਕਟ ਖੁਦ ਤਿਆਰ ਕਰੇ ਅਤੇ ਉਹਦਾ ਰੇਟ ਵੀ ਖੁਦ ਹੀ ਤਿਆਰ ਕਰੇ। ਜਿੰਨਾ ਚਿਰ ਤੁਸੀਂ ਰੇਟ ਦਾ ਕੰਟਰੋਲ ਤੁਹਾਡੇ ਹੱਥ 'ਚ ਨਹੀਂ ਰਹੇਗਾ ਉਹਨਾਂ ਚਿਰ ਤੁਸੀਂ ਭਾਵੇਂ ਕਿੰਨਾ ਮਰਜ਼ੀ ਪ੍ਰੋਡਕਸ਼ਨ ਵਧਾ ਲਓ ਤੁਸੀਂ ਪ੍ਰੋਫਿਟ ਨਹੀਂ ਕਮਾ ਸਕਦੇ। ਯਾਨੀ ਕਿ ਤੁਸੀਂ ਇਹ ਕਹਿ ਰਹੇ ਹੋ ਵੀ ਕਿਸਾਨ ਹੁਣ MSP ਨਹੀਂ, ਕਿਸਾਨ MRP ਆਪ ਤੈਅ ਕਰੂਗਾ। ਹਾਂਜੀ, ਬਿਲਕੁਲ। MRP ਜਦੋਂ ਤੈਅ ਕਰੇਗਾ ਨਾ ਤਾਂ ਉਹਨੂੰ ਪਤਾ ਹੋਏਗਾ ਕਿ ਮੇਰੇ ਐਕਸਪੈਂਸਿਸ ਕੀ ਨੇ, ਮੇਰੀ ਪ੍ਰੋਡਕਸ਼ਨ ਕੋਸਟ ਕੀ ਆ ਰਹੀ ਹੈ ਅਤੇ ਮੈਨੂੰ ਕਿਵੇਂ ਮੈਂ ਪੈਸਾ ਕਮਾਉਣਾ ਹੈ। ਅਗਰ ਉਹ ਨਹੀਂ ਪਤਾ ਤਾਂ ਮੈਂ ਮੰਨ ਲਓ ਕਿ ਤੁਹਾਨੂੰ 1000 ਰੁਪਏ ਦੀ ਚੀਜ਼ ਦੇ ਦੇਣਾ, ਠੀਕ ਹੈ, ਬਣਾ ਕੇ ਮੇਰੀ ਕੋਸਟਿੰਗ 1000 ਰੁਪਏ ਹੈ, ਤੁਸੀਂ ਕਹੋਗੇ ਮੈਂ 750 'ਚ ਲੈਣੀ ਹੈ ਤਾਂ ਮੇਰੀ ਮਜਬੂਰੀ ਹੈ ਤੁਹਾਨੂੰ 750 'ਚ ਦੇਣੀ। ਤਾਂ ਉਸ ਤੋਂ ਬਾਅਦ ਮੇਰੇ ਕੋਲ ਕੀ ਰਹੇਗਾ? ਜ਼ਮੀਨ ਵੇਚਣ ਤੋਂ ਇਲਾਵਾ ਕੋਈ ਦੂਸਰਾ ਤਰੀਕਾ? ਬਿਲਕੁਲ, ਜੋ ਥੋੜਾ ਬਹੁਤ ਹੈ ਉਹ ਵੀ ਘਾਟੇ 'ਚ ਹੀ ਹੈ। ਤਾਂ ਸਾਨੂੰ ਅੱਜ ਸਾਡੇ ਮਾਪੇ ਨੇ, ਸਾਡੇ ਬਜ਼ੁਰਗਾਂ ਨੇ ਹਰਿਤ ਕ੍ਰਾਂਤੀ ਲੈ ਕੇ ਆਏ ਸੀਗੇ, ਹੁਣ ਸਾਨੂੰ ਲੋੜ ਹੈ ਕਿ ਅਸੀਂ ਉਦਯੋਗਿਕ ਕ੍ਰਾਂਤੀ ਲੈ ਕੇ ਆਈਏ। ਕਿਉਂਕਿ ਸਾਡੇ ਜਿਹੜੇ ਰਿਸੋਰਸਿਸ ਨੇ ਉਹ ਸੀਮਿਤ ਨੇ, ਅਸੀਂ ਟ੍ਰੈਡੀਸ਼ਨਲ ਤਰੀਕੇ ਨਾਲ ਜਾ ਰਹੇ ਹਾਂ। ਅੱਜ ਅਸੀਂ ਉਦਯੋਗਿਕ ਕ੍ਰਾਂਤੀ 'ਚ ਅਗਰ ਨਹੀਂ ਆਉਂਦੇ ਹੈਗੇ ਤਾਂ ਆਉਣ ਵਾਲਾ ਟਾਈਮ, ਆਉਣ ਵਾਲੀਆਂ ਜਿਹੜੀਆਂ ਸਾਡੀਆਂ ਪੀੜ੍ਹੀਆਂ ਨੇ ਸਾਨੂੰ ਮਾਫ ਨਹੀਂ ਕਰਨਗੀਆਂ, ਕਿਉਂਕਿ ਅਸੀਂ ਆਪਦਾ ਆਪ ਗਵਾ ਚੁੱਕੇ ਹੋਵਾਂਗੇ। ਸਾਨੂੰ ਲੋੜ ਹੈ ਨਾ ਫਾਰਮ ਆਪਰੇਟ ਦੀ, ਜੋ ਤੁਸੀਂ ਮੈਨੂੰ ਨਾਮ ਦਿੱਤਾ ਉਹ ਬੜਾ ਸੋਹਣਾ ਨਾਮ ਹੈ। ਕਾਰਪੋਰੇਟ ਹੁਣ ਤੱਕ ਸੁਣਦੇ ਆਏ ਆ, ਪਰ ਫਾਰਮ ਆਪਰੇਟ ਜਿਹੜਾ ਕਿ ਹੁਣ ਫਾਰਮਰ ਸਾਰਾ ਕੁਝ ਆਪਰੇਟ ਕਰਨਗੇ। ਹਾਂਜੀ, ਮੈਂ ਤੁਹਾਨੂੰ ਫਾਰਮ ਆਪਰੇਟ ਬਾਰੇ ਦੱਸ ਦੇਣਾ ਕਿ ਮੈਂ ਨਾ ਕਾਰਪੋਰੇਟ ਕੰਪਨੀ 'ਚ ਨੌਕਰੀ ਕਰਦਾ ਸੀਗਾ। ਮੈਂ ਘੱਟੋ ਘੱਟ 17 ਸਾਲ ਜੋਬ ਕੀਤੀ ਹੈ ਕਾਰਪੋਰੇਟ ਡਿਫਰੈਂਟ ਕੰਪਨੀਜ਼ ਦੇ ਵਿੱਚ। ਮੈਂ ਮੰਨ ਲਓ ਕਿ ਹਿੰਦੁਸਤਾਨ ਦੇ 17-18 ਸਟੇਟਸ ਦੇ ਵਿੱਚ ਕੰਮ ਕੀਤਾ, ਮਾਰਕੀਟਿੰਗ ਦੇ ਵਿੱਚ ਕੰਮ ਕੀਤਾ, ਡਿਵੈਲਪਮੈਂਟ ਦੇ ਵਿੱਚ ਕੰਮ ਕੀਤਾ। ਤਾਂ ਮੈਂ ਹਮੇਸ਼ਾ ਕਾਰਪੋਰੇਟ ਦੇ ਵਿੱਚ ਇਹ ਸੀਗਾ ਕੁਛ ਨਾ ਕੁਛ ਕਰੀਏ। ਜਦੋਂ ਇਹ ਪਿਛਲੇ ਦਸੰਬਰ ਦੇ ਵਿੱਚ ਮੈਂ ਰਿਜ਼ਾਈਨ ਕੀਤਾ ਤਾਂ ਇਹ ਸੋਚ ਕੇ ਕੀਤਾ ਕਿ ਬਹੁਤ ਅਸੀਂ ਕਾਰਪੋਰੇਟ ਥੱਲੇ ਕੰਮ ਕਰ ਲਿਆ, ਹੁਣ ਅਸੀਂ ਆਪਦਾ ਫਾਰਮ ਆਪਰੇਟ ਬਣਾਵਾਂਗੇ ਜਿੰਦੇ 'ਚ ਆਪਦੇ ਪ੍ਰੋਡਕਟ ਹੋਣਗੇ ਅਤੇ ਰੇਟ ਵੀ ਅਸੀਂ ਹੀ ਡਿਸਾਈਡ ਕਰਾਂਗੇ। ਪਿਛਲੇ ਦਸੰਬਰ 'ਚ ਕੀਤਾ, ਉਦੋਂ ਕਿਸਾਨ ਅੰਦੋਲਨ ਚੱਲਦਾ ਪਿਆ ਸੀ, ਕੋਈ ਕਾਰਨ ਤਾਂ ਨਹੀਂ ਬਣ ਗਿਆ ਸੀਗਾ ਨਾ ਕਿਤੇ ਪੀੜ ਤਾਂ ਰਹਿੰਦੀ ਹੈ। ਇਹ ਲੱਗਦਾ ਹੈ ਕਿ ਠੀਕ ਹੈ ਕਿ ਮੈਂ ਇੱਕ ਮੇਰੇ ਫਾਦਰ ਕਿਸਾਨ ਨੇ,
ਠੀਕ ਹੈ ਜੀ, ਮੈਂ ਇੱਕ ਕਾਰਪੋਰੇਟ ਕੰਪਨੀ 'ਚ ਕੰਮ ਕਰ ਰਿਹਾ, ਮੈਂ ਲੈਵਿਸ਼ ਲਾਈਫ ਜੀ ਰਿਹਾ, ਬਟ ਜਦੋਂ ਮੈਂ ਦੇਖਦਾ ਉਹਨਾਂ ਵੱਲ, ਜੇ ਅੱਜ ਦੇ ਹਾਲਾਤ ਦੇਖਦਾ, ਤਾਂ ਮੇਰੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਮੈਂ ਕਿਸੇ ਨਾ ਕਿਸੇ ਤਰੀਕੇ ਨਾਲ, ਅੱਜ ਮੇਰੀ ਲਗਭਗ 40 ਸਾਲ ਦੀ ਉਮਰ ਹੋ ਗਈ ਹੈ, ਤੇ ਅਮੂਮਨ 60-65 ਸਾਲ 70 ਸਾਲ ਤੱਕ ਤੁਸੀਂ ਕੰਮ ਕਰ ਸਕਦੇ ਹੋ, ਇਸ ਤੋਂ ਜ਼ਿਆਦਾ ਨਹੀਂ ਕਰ ਸਕਦੇ। ਤਾਂ ਮੇਰੇ ਜਿਹੜੇ ਜ਼ਿੰਦਗੀ ਦੇ ਕੰਮ ਕਰਨ ਦੇ ਸਿਰਫ 20 ਸਾਲ ਬਚੇ ਨੇ, ਤਾਂ ਮੈਂ 20 ਸਾਲ ਇਸ ਤਰੀਕੇ ਨਾਲ ਲਗਾਵਾਂ ਕਿ ਅੱਜ ਜਿਹੜਾ ਫਾਰਮੋਪਰੇਟ ਮੈਂ ਇੱਕ ਸ਼ਬਦ ਲਿਖ ਕੇ ਆਇਆ, ਤਾਂ ਉਹ 8-10 ਸਾਲ ਦੀ ਮਿਹਨਤ ਤੋਂ ਬਾਅਦ ਇੱਕ ਜਿਵੇਂ ਕਾਰਪੋਰੇਟ ਫੇਮਸ ਹੈ ਉਸ ਤਰੀਕੇ ਨਾਲ ਹੋਵੇ, ਇੱਕ ਪਲੇਟਫਾਰਮ ਬਣੇ ਉਹ ਚੀਜ਼। ਤਾਂ ਸਾਡਾ ਇੱਕ ਮਿਸ਼ਨ ਸੀਗਾ ਕਿ ਉਸ ਮਿਸ਼ਨ ਨੂੰ ਕਿਵੇਂ ਲੈ ਕੇ ਆਈਏ, ਤਾਂ ਫਿਰ ਸਾਡੇ ਕੋਲ ਇੱਕ ਮਿਸ਼ਨ ਆਇਆ ਕਿ ਅਸੀਂ ਕਿਸਾਨ ਰਾਈਜ਼ ਪ੍ਰੋਜੈਕਟ ਲੈ ਕੇ ਆਈਏ, ਤਾਂ ਕਿ ਕਿਸਾਨ ਦਾ ਵਿਕਾਸ, ਅਗਰ ਤੁਸੀਂ ਕਹੋ ਕਿ ਮੇਰਾ ਵਿਕਾਸ, ਮੈਂ ਅੱਗੇ ਵਧਾਂ, ਤਾਂ ਮੈਂ ਤੁਹਾਨੂੰ ਕਹਾਂ ਕਿ ਭਾਈ ਜੀ ਮੈਨੂੰ ਅੱਗੇ ਵਧਾ ਦਿਓ, ਕਿ ਤੁਸੀਂ ਵਧਾ ਸਕਦੇ ਹੋ ਮੈਨੂੰ, ਜਾਂ ਕੋਈ ਵੀ ਨਹੀਂ ਵਧਾ ਸਕਦਾ ਨਾ। ਕੋਈ ਵੀ ਨਹੀਂ ਕਰੇਗਾ, ਕੋਈ ਵੀ ਨਹੀਂ। ਜਿਹਨੂੰ ਹੋਊਗਾ ਪਹਿਲਾਂ ਆਪਦੇ ਆਪ ਲਈ ਕਰਦਾ ਆ। ਉਹ ਕਹਿੰਦੇ ਹੁੰਦੇ ਨੇ ਜਹਾਜ਼ 'ਚ ਬੈਠਣ ਲੱਗੇ ਪਹਿਲਾਂ ਆਕਸੀਜਨ ਮਾਸਕ ਆਪਦੇ ਲਾਇਓ, ਦੂਜੇ ਦੇ ਫੇਰ ਲਾਇਓ, ਜੇ ਆਪ ਬਚੋਗੇ ਤਾਂ ਹੀ ਦੂਜੇ ਨੂੰ ਬਚਾਓਗੇ। ਤਾਂ ਇਹ ਸੀਗਾ ਕਿ ਕਿਸਾਨ ਜਿੰਨਾ ਚਿਰ ਆਪਦੇ ਹੱਕਾਂ ਦੀ ਲੜਾਈ ਸਿਰਫ ਐਵੇਂ ਲੜਦਾ ਰਿਹਾ, ਵੀ ਦੂਜਿਆਂ ਕੋਲੋਂ ਮੰਗਦਾ ਰਿਹਾ ਕਿ ਮੈਨੂੰ ਮੇਰੇ ਹੱਕਾਂ ਦੀ ਲੜਾਈ ਦੇ ਦਿਓ, ਤਾਂ ਮੈਨੂੰ ਲੱਗਦਾ ਸੀ ਕਿਤੇ ਨਾ ਕਿਤੇ ਕਿ ਉਹ ਸਿਰਫ ਇੱਕ ਸੀਮਿਤ ਸਮੇਂ ਤੱਕ ਤੁਸੀਂ ਕਰ ਸਕਦੇ ਹੋ, ਉਹਦੇ ਹੱਕਾਂ ਨੂੰ ਜਿਹੜਾ ਤੁਹਾਡਾ ਲੋਸ ਹੈ ਉਹਨੂੰ ਤੁਸੀਂ ਮਿਨੀਮਾਈਜ਼ ਕਰ ਸਕਦੇ ਹੋ, ਬਟ ਪ੍ਰੋਫਿਟ ਉਦੋਂ ਹੀ ਤੁਹਾਡੇ ਕੋਲ ਆਏਗਾ ਜਦੋਂ ਤੁਸੀਂ ਆਪਦਾ ਮਾਲ, ਬਣਿਆ ਹੋਇਆ ਮਾਲ ਆਪ ਵੇਚੋਗੇ ਤੇ ਗਲੋਬਲੀ ਵੇਚੋਗੇ। ਅੱਜ ਤੁਸੀਂ ਜੋ ਵੀ ਮਾਲ ਹੈਗਾ ਸਾਡਾ, ਕਿ ਠੀਕ ਹੈ ਅਸੀਂ ਬਣਾ ਕੇ ਘਰੇ ਹੀ ਖਾ ਲਿਆ, ਜਾਂ ਅਸੀਂ ਲੋਸ ਦੇ ਵਿੱਚ ਵੇਚ ਲਿਆ ਸੀ ਆਪਦਾ ਜਿਹੜਾ ਮਾਲ ਹੈਗਾ, ਤਾਂ ਸਾਨੂੰ ਪ੍ਰੋਫਿਟ ਨਹੀਂ ਆਏਗਾ। ਸਾਡੇ ਵਾਸਤੇ ਪੈਸਾ ਵੀ ਕਮਾਉਣਾ, ਇੱਕ ਇੱਜ਼ਤ ਨਾਲ ਪੈਸਾ ਕਮਾਉਣਾ ਸਾਡੀ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਹੈ। ਇਸੇ ਕਰਕੇ ਸਾਡਾ ਬਹੁਤ ਸਾਰਾ ਨੌਜਵਾਨ ਸਿਰਫ ਪੈਸੇ ਕਰਕੇ ਬਾਹਰ ਜਾ ਰਿਹਾ। ਪਰ ਮੇਰਾ ਇੱਕ ਸਵਾਲ ਹੈ, ਤੁਸੀਂ ਕਹਿ ਰਹੇ ਹੋ ਕਿ ਆਪਦਾ ਮਾਲ ਤਿਆਰ ਕਰਕੇ, ਪ੍ਰੋਸੈਸਿੰਗ ਕਰਕੇ ਜਾਂ ਵੈਲਿਊ ਐਡੀਸ਼ਨ ਕਰਕੇ, ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਜਿਹਦੀ ਕਿਸਾਨ ਨੂੰ ਹੁਣ ਸਮਝ ਲੱਗ ਰਹੀ ਹੈ, ਹਾਲਾਂਕਿ ਪਹਿਲਾਂ ਨਹੀਂ ਸੀ, ਪਰ ਕੁਝ ਕਿਸਾਨ ਨੇ ਉਹ ਕਰ ਰਹੇ ਨੇ, ਕਿਸਾਨ ਅੱਠ ਖੋਲ ਰਹੇ ਨੇ, ਜਾਂ ਖੁਦ ਜਿਹੜਾ ਪ੍ਰੋਡਕਟ ਥੋੜ੍ਹਾ ਬਹੁਤ ਬਣਾ ਕੇ, ਬ੍ਰਾਂਡ ਬਣਾ ਕੇ ਉਹ ਕਰ ਰਹੇ ਨੇ। ਸੋ ਉਸ ਕਿਸਾਨ ਦੇ ਉਸ ਬਾਜ਼ਾਰ ਦੇ ਵਿੱਚ ਜਿਹੜਾ ਤੁਸੀਂ ਬਾਜ਼ਾਰ ਲੈ ਕੇ ਆ ਰਹੇ ਹੋ, ਉਹਦੇ ਵਿੱਚ ਫਰਕ ਕੀ ਆ ਫਿਰ? ਸਾਡਾ ਜਿਹੜਾ ਬਾਜ਼ਾਰ ਹੈ, ਸਾਡੀ ਇੱਕ ਪਾਰਟਨਰਸ਼ਿਪ ਹੈ, ਇੱਕ ਫਾਰਮਰ ਨਾਲ, ਜਾਂ ਇੱਕ ਜੋ ਪ੍ਰੋਸੈਸਿੰਗ ਯੂਨਿਟ ਲਗਾਉਂਦਾ ਹੈ ਉਹਨਾਂ ਨਾਲ ਇੱਕ ਤਰ੍ਹਾਂ ਦੀ ਅਸੀਂ ਇੱਕ ਪਾਰਟਨਰਸ਼ਿਪ ਕਰਾਂਗੇ, ਉਹਦੇ ਨਾਲ ਇੱਕ ਤਰ੍ਹਾਂ ਦਾ ਐਗਰੀਮੈਂਟ ਰਹੇਗਾ ਕਿ ਤੁਸੀਂ ਪ੍ਰੋਡਕਸ਼ਨ ਕਰੋ। ਤੁਸੀਂ ਅਗਰ ਤੁਹਾਨੂੰ ਮੰਨ ਲਓ ਕਿ ਤੁਹਾਡੇ ਕੋਲ ਇੱਕ ਇਨਵੈਸਟਮੈਂਟ ਵਾਸਤੇ ਬਜਟ ਹੈਗਾ ਕਿ ਤੁਸੀਂ 50,000 ਰੁਪਏ, 1 ਲੱਖ ਰੁਪਏ, ਕਿੰਨਾ ਵੀ ਅਮਾਊਂਟ ਤੁਸੀਂ ਇਨਵੈਸਟ ਕਰਨਾ ਚਾਹੁੰਦੇ ਹੋ, ਅਸੀਂ ਤੁਹਾਨੂੰ ਅਕੋਰਡਿੰਗਲੀ ਸੁਜੈਸਟ ਕਰਾਂਗੇ ਕਿ ਤੁਸੀਂ ਇਸ ਜਗ੍ਹਾ ਤੇ ਕਰੋ। ਤੁਹਾਨੂੰ ਇਸਟੈਬਲਿਸ਼ਮੈਂਟ ਕਰਨ ਵਾਸਤੇ ਤੁਹਾਡਾ ਪਲਾਨ ਪਹਿਲਾਂ ਤੁਹਾਨੂੰ ਦੱਸ ਦਿੱਤਾ ਜਾਏਗਾ ਕਿ ਤੁਸੀਂ 1 ਸਾਲ ਦੇ ਵਿੱਚ ਅਸੀਂ ਇਸ ਜਗ੍ਹਾ ਪਹੁੰਚਾਂਗੇ, 2 ਸਾਲ 'ਚ ਇੱਥੇ ਪਹੁੰਚਾਂਗੇ, 3 ਸਾਲ 'ਚ ਇੱਥੇ ਪਹੁੰਚਾਂਗੇ। 5 ਈਅਰ ਪਲਾਨ ਤੁਹਾਡੇ ਨਾਲ ਅਸੀਂ ਇਸਟੈਬਲਿਸ਼ ਕਰਾਂਗੇ, ਐਗਰੀਮੈਂਟ ਕਰਾਂਗੇ, ਉਸ ਨੂੰ ਐਗਜ਼ੀਕਿਊਸ਼ਨ ਕਰਾਂਗੇ। ਤੇ ਤੁਸੀਂ ਜਿਹੜਾ ਪ੍ਰੋਡਕਟ, ਜਿਹੜਾ ਵੀ ਤੁਹਾਡੇ ਤੁਸੀਂ ਇੰਟਰਸਟ ਹੈ ਤੁਹਾਡਾ, ਚਾਹੇ ਤੁਸੀਂ ਐਗਰੀਕਲਚਰ ਦੇ ਵਿੱਚ, ਤੁਸੀਂ ਅਗਰ ਦੇਖੋ FMCG ਪ੍ਰੋਡਕਟਸ ਦੇ ਵਿੱਚ ਆ ਜਾਓ ਤੁਸੀਂ, ਜਾਂ ਫਿਰ ਤੁਸੀਂ ਐਗਰੀਕਲਚਰ ਇੰਪਲੀਮੈਂਟਸ ਦੇ ਵਿੱਚ ਆ ਜਾਓ ਤੁਸੀਂ, ਜਾਂ ਫਿਰ ਤੁਸੀਂ ਆਟੋਮੋਬਾਈਲ ਇੰਡਸਟਰੀ ਦੇ ਵਿੱਚ ਆ ਜਾਓ, ਕਿਸੇ ਵੀ ਇੰਡਸਟਰੀ ਦੇ ਵਿੱਚ ਉਸੇ ਹਿਸਾਬ ਨਾਲ ਤੁਸੀਂ ਕਿੰਨਾ ਪੈਸਾ ਲਾਉਣਾ ਚਾਹੁੰਦੇ ਹੋ, ਤੁਹਾਡੇ ਪੈਸੇ ਦੇ ਹਿਸਾਬ ਨਾਲ ਤੁਹਾਡੇ ਨਾਲ ਪ੍ਰੋਜੈਕਟ ਬਣੇਗਾ। ਤੁਹਾਡਾ ਜਿਹੜਾ ਪ੍ਰੋਜੈਕਟ ਬਣੇਗਾ, ਜੋ ਵੀ ਪ੍ਰੋਡਕਸ਼ਨ ਹੋਏਗੀ, ਉਸ ਨੂੰ ਗਲੋਬਲੀ ਜਾਂ ਕਸਟਮਰ ਤੱਕ ਕਿਵੇਂ ਰੀਚ ਕਰਨਾ ਹੈ, ਉਹ ਸਾਡੀ ਜ਼ਿੰਮੇਵਾਰੀ ਰਹੇਗੀ। ਅਸੀਂ ਉਹਨੂੰ ਤੁਹਾਡੇ ਨਾਲ ਮਿਲ ਕੇ ਇੱਕ, ਮਤਲਬ ਅੱਜ ਇਹ ਹੈਗਾ ਕਿ ਤੁਸੀਂ ਇੱਕ ਮਾਲ ਜੋ ਅੱਜ ਦੇ ਬਣਾ ਲਿਆ, ਤੁਸੀਂ ਇੱਕ ਜਗ੍ਹਾ ਤੇ ਵੇਚ ਰਹੇ ਹੋ, ਬਟ ਉਹ ਜਗ੍ਹਾ ਹੈਗਾ, ਉਹ ਲੰਬੇ ਦੂਰ ਤੱਕ ਨਹੀਂ ਜਾ ਰਿਹਾ। ਮੰਨ ਲਓ ਕਿ 50-60 ਕਿਲੋਮੀਟਰ ਦਾ ਏਰੀਆ, 50-60 ਕਿਲੋਮੀਟਰ ਦਾ ਏਰੀਆ ਹੈਗਾ। ਹੁਣ ਤੁਸੀਂ ਇੱਥੋਂ ਦਾ ਜਿਹੜਾ ਪ੍ਰੋਡਕਸ਼ਨ ਹੈ ਤੁਹਾਡਾ, ਉਹ ਹੋ ਸਕਦਾ ਹਰਿਆਣਾ ਨਾ ਜਾ ਰਿਹਾ ਹੋਵੇ, ਉਹ ਯੂਪੀ 'ਚ ਨਾ ਜਾ ਰਿਹਾ ਹੋਵੇ, ਯੂਪੀ ਵਾਲਾ ਪ੍ਰੋਡਕਟ ਇੱਥੇ ਨਾ ਆ ਰਿਹਾ ਹੋਵੇ, ਹੈ ਨਾ। ਅੱਜ ਲੋੜ ਹੈ ਕਿ ਜਿਹੜਾ ਪ੍ਰੋਡਕਟ ਤੁਸੀਂ ਬਣਾ ਰਹੇ ਹੋ, ਅਗਰ ਉਹਦੀ ਕੁਆਲਿਟੀ ਨੂੰ ਅਸੀਂ ਪੂਰਾ ਸਟੈਂਡਰਡਾਈਜ਼ ਕਰੀਏ, ਵਧੀਆ ਕੁਆਲਿਟੀ ਦਾ ਪ੍ਰੋਡਕਟ ਅਸੀਂ ਤਿਆਰ ਕਰੀਏ ਅਤੇ ਉਸ ਨੂੰ ਪੂਰੇ ਇੰਡੀਆ ਦੇ ਵਿੱਚ ਅਤੇ ਆਊਟ ਆਫ ਇੰਡੀਆ ਵੀ ਵੇਚੀਏ, ਉਹਦੇ ਵਾਸਤੇ ਅਸੀਂ, ਮੈਂ ਤੇ ਮੇਰੀ ਟੀਮ, ਅਸੀਂ ਮਿਲ ਕੇ ਕੰਮ ਕਰਾਂਗੇ। ਰੇਟ ਕੌਣ ਤੈਅ ਕਰੇਗਾ? ਤੁਸੀਂ ਕਰੋਗੇ ਜਾਂ ਕਿਸਾਨ ਜਿਹਦੇ ਖੇਤ 'ਚ ਜਾਂ ਜਿਹਦੀ ਮਿਹਨਤ ਲੱਗੀ ਆ ਉਹ ਕਰੂਗਾ? ਇਹਦੇ ਵਿੱਚ ਜਿਹੜਾ ਰੇਟ ਤੈਅ ਕਰੇਗਾ ਉਹ ਜੋ ਪ੍ਰੋਸੈਸਿੰਗ ਯੂਨਿਟ ਰਹੇਗੀ ਜਿਨ੍ਹਾਂ ਦੀ, ਔਰ ਅਸੀਂ ਮਿਲ ਕੇ ਤੈਅ ਕਰਾਂਗੇ। ਸਭ ਤੋਂ ਪਹਿਲਾਂ ਹੁੰਦਾ ਕਿ ਤੁਹਾਡੀ ਪ੍ਰੋਡਕਸ਼ਨ ਕੋਸਟ ਕੀ ਆ ਰਹੀ ਹੈ, ਉਸ ਤੋਂ ਬਾਅਦ ਅਸੀਂ ਮਾਰਜਨ ਦੇ ਸਾਨੂੰ ਸਮਾਨ ਨੂੰ ਵੇਚਣ ਵਾਸਤੇ ਸਾਡੀ ਕੋਸਟਿੰਗ ਕੀ ਆ ਰਹੀ, ਆਪਰੇਸ਼ਨਲ ਕੋਸਟ ਕੀ ਆ ਰਹੀਆਂ, ਸਾਡੀਆਂ ਮਾਰਕੀਟਿੰਗ ਕੋਸਟ ਕੀ ਆ ਰਹੀਆਂ, ਮੈਨ ਪਾਵਰ ਕੋਸਟ ਕੀ ਆ ਰਹੀਆਂ, ਉਹ ਸਾਰੀਆਂ ਚੀਜ਼ਾਂ ਕੈਲਕੂਲੇਟ ਹੋ ਕੇ ਇੱਕ ਮਿਊਚੁਅਲੀ ਡਿਸਕਸ਼ਨ ਨਾਲ ਉਹਦਾ ਰੇਟ ਡਿਸਾਈਡ ਹੁੰਦਾ ਹੈ। ਪਰ ਇਸ ਤਰ੍ਹਾਂ ਮਾਰਕੀਟ ਦੇ ਵਿੱਚ ਜੇਕਰ ਮੈਂ ਗੱਲ ਕਰਾਂ ਤਾਂ ਇੱਕ ਚੀਜ਼ ਜਿਹੜੀ 70 ਰੁਪਏ 'ਚ ਵੀ ਮਿਲ ਜਾਂਦੀ ਹੈ, ਉਹੀ ਉਹੋ ਜਿਹਾ ਕੋਈ ਸਮਾਨ ਜੋ ਸ਼ਾਇਦ ਉਹ ਥੋੜੀ ਜਿਹੀ ਗੁਣਵੱਤਾ ਚੰਗੀ ਹੋਵੇ, ਕੁਆਲਿਟੀ ਚੰਗੀ ਹੋਵੇ, 700 ਰੁਪਏ ਦੀ ਮਿਲਦੀ ਹੈ। ਸੋ ਇਹ ਜਿਹੜਾ ਮਾਰਕੀਟ ਪ੍ਰਾਈਸ ਹੈ 70 ਤੋਂ 700 ਰੁਪਏ ਦਾ, ਇਹਨੂੰ ਜਸਟੀਫਾਈ ਕਿਵੇਂ ਕਰੋਗੇ? ਇਹਨੂੰ ਫਿਰ ਕਿਸ ਤਰੀਕੇ ਦੇ ਨਾਲ ਮਤਲਬ ਕੰਪੀਟ ਕੀਤਾ ਜਾਊਗਾ? ਕੁਆਲਿਟੀ 700 ਵਾਲੀ ਦੇਣੀ ਹੈ, ਪਰ ਰੇਟ ਤੁਹਾਨੂੰ ਕਿਤੇ ਨਾ ਕਿਤੇ ਘੱਟ ਰੱਖਣਾ ਪੈਣਾ, ਲੋਕਾਂ ਨੂੰ ਵਿਸ਼ਵਾਸ ਵੀ ਤਾਂ ਚਾਹੀਦਾ ਨਾ। ਅਗਰ ਤੁਸੀਂ ਇਹ ਕਹੋ ਕਿ ਮਹਿੰਗੀ ਚੀਜ਼ ਹੀ ਹਮੇਸ਼ਾ ਵਧੀਆ ਹੁੰਦੀ ਹੈ, ਇਹ ਵੀ ਇੱਕ ਮਿਥ ਹੈ, ਇਹ ਮਿਥ ਹੈ ਨਾ। ਜਾਂ ਫਿਰ ਹਮੇਸ਼ਾ ਤੁਸੀਂ ਵਧੀਆ ਚੀਜ਼ ਨੂੰ ਸਸਤਾ ਕਰਕੇ ਵੇਚੋਗੇ ਤਾਂ ਜ਼ਿਆਦਾ ਵਿਕੇਗਾ, ਇਹ ਵੀ ਜ਼ਰੂਰੀ ਨਹੀਂ। ਕਿਸੇ ਵੀ ਚੀਜ਼ ਦੀਆਂ ਜਿਹੜੀ ਕੁਆਲਿਟੀ ਹੈ ਉਹ ਜ਼ਰੂਰੀ ਹੈ।
ਸਭ ਤੋਂ ਪਹਿਲੀ ਗੱਲ ਕਿ ਅਸੀਂ ਕੁਆਲਿਟੀ ਪ੍ਰੋਡਕਟ ਦੇ ਉੱਤੇ ਧਿਆਨ ਦੇ ਰਹੇ ਹਾਂ ਕਿ ਕੁਆਲਿਟੀ ਪ੍ਰੋਡਕਟ ਹੀ ਪ੍ਰੋਡਕਸ਼ਨ ਕਰਵਾਵਾਂਗੇ ਅਸੀਂ, ਉਹਦਾ ਸਟੈਂਡਰਡਾਈਜੇਸ਼ਨ ਹੈ ਜਿਹੜਾ ਉਹ ਪ੍ਰੋਪਰ ਹੋਏਗਾ। ਦੂਸਰਾ ਰੇਟ ਜਿਹੜਾ ਡਿਸਾਈਡ ਹੋਏਗਾ ਉਹ ਪ੍ਰੋਡਕਸ਼ਨ ਕੋਸਟ ਦੇ ਬਾਅਦ ਹੀ ਹੋਏਗਾ। ਇਹ ਨਹੀਂ ਹੈਗਾ ਕਿ ਅਸੀਂ ਠੀਕ ਹੈ ਕਿ ਅਸੀਂ ਕੰਪੀਟੀਸ਼ਨ ਦੇ ਵਿੱਚ ਆਉਣਾ ਤੇ ਅਸੀਂ ਸਸਤਾ ਕਰਕੇ ਵੇਚ ਦਈਏ, ਤਾਂ ਫਿਰ ਤਾਂ ਉਹੀ ਗੱਲ ਹੋ ਗਈ ਨਾ ਜਿਹੜਾ ਕਿਸਾਨ ਅੱਜ ਕਰ ਰਿਹਾ, ਫਿਰ ਤਾਂ ਪ੍ਰੋਫਿਟ ਨਿਕਲੇਗਾ ਹੀ ਨਹੀਂ। ਪ੍ਰੋਫਿਟ ਤਾਂ ਹੀ ਨਿਕਲੇਗਾ ਜੇ ਅਸੀਂ ਪ੍ਰੋਪਰਲੀ ਉਸ ਦਾ ਦੇਖਾਂਗੇ ਕਿ ਸਾਡੀ ਐਕਸਪੈਂਸ ਕੀ ਆ ਰਹੇ ਨੇ ਪ੍ਰੋਡਕਸ਼ਨ ਦੇ, ਔਰ ਉਸ ਤੋਂ ਬਾਅਦ ਮਾਰਕੀਟਿੰਗ ਦੇ ਕੀ ਐਕਸਪੈਂਸ ਆ ਰਹੇ ਨੇ। ਉਹ ਪ੍ਰੋਡਕਟ ਟੂ ਪ੍ਰੋਡਕਟ, ਇੰਡਸਟਰੀ ਟੂ ਇੰਡਸਟਰੀ ਡਿਪੈਂਡ ਕਰੇਗਾ। ਅੱਛਾ ਪਰਮਿੰਦਰ, ਕਿਵੇਂ ਦੇਖਦੇ ਹੋ ਕਿਸਾਨ ਬਹੁਤ ਸਾਰੇ ਆਪਣੇ ਤੌਰ ਤੇ ਕੰਮ ਕਰ ਰਹੇ ਨੇ, ਵੈਲਿਊਡੇਸ਼ਨ ਦਾ ਕੰਮ ਕਰ ਰਹੇ ਨੇ, ਚਾਹੇ ਉਹ ਮਿਲਕ ਪਲਾਂਟ ਲਾ ਕੇ ਜਾਂ ਉਸ ਨੂੰ ਕੁਝ ਸ਼ੇਕ ਟਾਈਪ ਕੁਝ ਬਣਾ ਕੇ ਜਾਂ ਸਬਜ਼ੀਆਂ ਦਾ, ਆਲਮੋਸਟ ਸਬਜ਼ੀਆਂ ਦਾ, ਆਰਗੈਨਿਕ ਸਬਜ਼ੀਆਂ ਦਾ ਕੰਮ ਕਰ ਰਹੇ ਨੇ। ਉਹ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਪ੍ਰੋਫਿਟ ਕਮਾ ਰਹੇ ਹਾਂ, ਅਸੀਂ ਆਪ ਕੰਮ ਕਰ ਰਹੇ ਹਾਂ, ਅਸੀਂ ਕਮਾ ਰਹੇ ਹਾਂ। ਪਰ ਜਦੋਂ ਉਹ ਇੰਟਰਨੈਸ਼ਨਲ ਬਾਜ਼ਾਰ 'ਚ ਆਉਂਦੇ ਨੇ ਤਾਂ ਮੈਨੂੰ ਇਹ ਲੱਗਦਾ ਵੀ ਕਿਸਾਨ ਦਾ ਆਪਦਾ ਕੰਮ ਘਟ ਜਾਂਦਾ, ਤੁਹਾਡਾ ਕੰਮ ਜ਼ਿਆਦਾ ਹੋ ਜਾਂਦਾ ਹੈ, ਜਾਂ ਤੁਹਾਡੇ ਵਰਗੇ ਜੋ ਹੋਰ ਨੇ ਇੰਟਰਨੈਸ਼ਨਲ ਦੇ ਜੋ ਵੀ ਆਨਲਾਈਨ ਦੇ ਉੱਤੇ ਕੰਮ, ਉਹਨਾਂ ਦਾ ਕੰਮ ਜ਼ਿਆਦਾ ਹੋ ਜਾਂਦਾ। ਤਾਂ ਪ੍ਰੋਫਿਟ ਦੇ ਤਾਂ ਫਰਕ ਪਏਗਾ ਹੀ ਨਾ ਉੱਥੇ। ਪ੍ਰੋਫਿਟ ਦਾ ਫਰਕ ਅਸੀਂ ਤਾਂ ਹੀ ਤਾਂ ਇੱਕ ਯੂਨੀਕ ਪਲੇਟਫਾਰਮ ਲੈ ਕੇ ਆਏ ਹਾਂ ਇਸ ਵਾਸਤੇ, ਕਿਉਂਕਿ ਸਾਡਾ ਜਿਹੜਾ ਹੈਗਾ ਅਸੀਂ ਇੱਕ ਐਜ਼ ਅ ਥਰਡ ਪਾਰਟੀ ਤੁਹਾਡੇ ਕੋਲ, ਤੁਸੀਂ ਪ੍ਰੋਡਕਸ਼ਨ ਕਰ ਰਹੇ ਹੋ, ਤੁਹਾਡੇ ਕੋਲੋਂ ਅਸੀਂ ਤੁਹਾਡਾ ਮਾਲ ਖਰੀਦ ਕੇ ਅਸੀਂ ਮਹਿੰਗੇ ਰੇਟ ਤੇ ਨਹੀਂ ਵੇਚਣਾ ਚਾਹੁੰਦੇ। ਅਸੀਂ ਤੁਹਾਨੂੰ ਸਾਡੇ ਨਾਲ ਜੋੜ ਕੇ ਇੱਕ ਐਜ਼ ਅ ਸਾਡੇ ਗਰੁੱਪ ਦਾ ਕਿਸਾਨ ਰਾਈਜ਼ ਦਾ ਮਤਲਬ ਹੀ ਤਾਂ ਹੀ ਉਹ ਢੁਕਵਾਂ ਹੋਏਗਾ ਜੇ ਤੁਸੀਂ ਤੇ ਅਸੀਂ ਮਿਲ ਕੇ ਕੰਮ ਕਰਾਂਗੇ। ਤਾਂ ਸਾਡਾ ਜਿਹੜਾ ਮੇਨ ਮਤਲਬ ਹੈਗਾ, ਮੇਨ ਕੰਮ ਦਾ ਹੈਗਾ ਕਿ ਜੋ ਤੁਸੀਂ ਪ੍ਰੋਡਕਸ਼ਨ ਯੂਨਿਟ ਲਗਾ ਰਹੇ ਹੋ, ਜੋ ਪ੍ਰੋਡਕਟ ਤੁਸੀਂ ਬਣਾ ਰਹੇ ਹੋ, ਸਾਡੀ ਟੀਮ ਤੁਹਾਡੀ ਟੀਮ ਦੇ ਨਾਲ ਰਲ ਕੇ ਇੱਕ ਟੀਮ ਬਣ ਕੇ ਅਸੀਂ ਕੰਮ ਕਰਾਂਗੇ। ਔਰ ਆਪਦਾ ਪ੍ਰੋਡਕਸ਼ਨ ਕੀ ਕਰ ਰਹੇ ਹਾਂ, ਅਸੀਂ ਕਿਸ ਤਰੀਕੇ ਨਾਲ ਕਰ ਰਹੇ ਹਾਂ, ਕਿੰਨੀ ਕੁਆਂਟੀਟੀ 'ਚ ਕਰ ਰਹੇ ਹਾਂ, ਤਾਂ ਉਸਨੂੰ ਕਿੱਥੇ ਵੇਚਣਾ, ਉਹ ਅਸੀਂ ਰਲ ਕੇ ਡਿਸਾਈਡ ਕਰਾਂਗੇ। ਸਰਕਾਰ ਵੀ ਕਰਦੀ ਪਈ ਹੈ ਨਾ ਵੀ ਰਲ ਕੇ ਕੰਮ ਕਰਾਂਗੇ। ਦੇਖੋ ਸਰਕਾਰ ਜੋ ਕੰਮ ਕਰ ਰਹੀ ਹੈ, ਸਰਕਾਰ ਇੱਕ ਵੱਖਰਾ ਅਦਾਰਾ ਹੈ, ਇੱਕ ਬਹੁਤ ਪਾਵਰਫੁਲ ਅਦਾਰਾ ਹੈ, ਠੀਕ ਹੈ। ਅਸੀਂ ਉਸ ਸਾਡੀ ਜਿਹੜੀ ਕਿਸਾਨ ਰਾਈਜ਼ ਹੈ ਕਿਸੇ ਨਾ ਕਿਸੇ ਤਰੀਕੇ ਨਾਲ ਉਸ ਅਗਰ ਆਪਾਂ ਇਹ ਗੱਲ ਕਹੀਏ ਕਿ ਅੱਜ ਸਾਡੀ ਜ਼ਰੂਰਤ ਹੈ, ਸਮੇਂ ਦੀ ਜ਼ਰੂਰਤ ਹੈ। ਅਗਰ ਅੱਜ ਦੇ ਮੌਜੂਦਾ ਹਾਲਾਤਾਂ ਨੂੰ ਅਗਰ ਸਮਝੀਏ ਤਾਂ ਸਾਨੂੰ ਅੱਜ ਲੋੜ ਪੈ ਰਹੀ ਹੈ। ਅੱਜ ਅਗਰ ਮੈਂ ਆਪਦੀ ਇਹ ਮੰਨ ਕੇ ਚੱਲਾਂ ਕਿ ਮੈਨੂੰ ਅਗਰ ਇੱਕ ਕੰਪਨੀ ਦੀ, ਵਧੀਆ ਕੰਪਨੀ ਦੀ ਨੌਕਰੀ ਛੱਡ ਕੇ, ਜਿੱਥੇ ਪੂਰਾ ਚੰਗੇ ਤਰੀਕੇ ਨਾਲ ਮੈਂ ਲੱਖਾਂ ਰੁਪਏ ਮੇਰੇ 30 ਤਰੀਕ ਨੂੰ ਮੇਰੇ ਖਾਤੇ 'ਚ ਆ ਜਾਂਦਾ ਸੀਗਾ, ਛੱਡ ਕੇ ਅਗਰ ਮੈਂ ਇਸ ਪਾਸੇ ਆ ਰਿਹਾ ਤਾਂ ਉਹ ਇੱਕ ਸਮੇਂ ਦੀ ਲੋੜ ਦੇ ਹਿਸਾਬ ਨਾਲ ਆ ਰਿਹਾ ਹੈ ਨਾ। ਤਾਂ ਅੱਜ ਜਿਹੜੀ ਲੋੜ ਹੈ ਸਾਡੀ, ਉਹ ਇਹ ਨਹੀਂ ਹੈਗੀ ਕਿ ਸਰਕਾਰਾਂ ਜੋ ਕਰ ਰਹੀਆਂ ਨੇ, ਕਾਫੀ ਸਮੇਂ ਤੋਂ ਕਰਦੀਆਂ ਆ ਰਹੀਆਂ ਨੇ, ਅੱਗੇ ਵੀ ਬਹੁਤ ਕੁਝ ਕਰਦੀਆਂ ਰਹਿਣਗੀਆਂ। ਅਸੀਂ ਸਰਕਾਰਾਂ ਦੇ ਨਾਲ ਕੰਪੀਟੀਸ਼ਨ ਨਹੀਂ ਕਰ ਸਕਦੇ। ਸਾਡਾ ਜਿਹੜਾ ਮੇਨ ਹੈਗਾ ਕਿ ਜਿਹੜੇ ਅਸੀਂ, ਸਾਡਾ ਸਮਾਜ ਹੈਗਾ ਜਾਂ ਸਾਡਾ ਆਲਾ ਦੁਆਲਾ ਹੈਗਾ ਜਾਂ ਸਾਡਾ ਅੱਜ ਦੀ ਯੂਥ ਹੈਗਾ, ਉਸ ਨੂੰ ਕਿਸ ਤਰੀਕੇ ਨਾਲ ਅਸੀਂ ਜੋੜੀਏ। ਤੇ ਇੱਕ ਫਾਰਮ ਆਪਰੇਟ ਦਾ ਮਤਲਬ ਹੈਗਾ ਕਿ ਕੋਆਪਰੇਟ, ਇੱਕ ਦੂਜੇ ਨੂੰ ਕਰਕੇ ਅਸੀਂ ਇੱਕ ਦੂਜੇ ਦੀ ਟੀਮ ਬਣਾ ਕੇ ਕਿਸ ਤਰੀਕੇ, ਕਿਉਂਕਿ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ। ਇੱਕ ਬੜੀ ਕਹਾਣੀ ਹੁੰਦੀ ਹੈ ਕਿ ਠੀਕ ਹੈ ਕਿ ਕੱਲੇ ਡੰਡੇ ਨੂੰ ਤੁਸੀਂ ਤੋੜ ਸਕਦੇ ਹੋ, ਪਰ ਜਦੋਂ ਗੱਠਾ ਬਣ ਜਾਂਦਾ ਉਦੋਂ ਤੋੜਨਾ ਮੁਸ਼ਕਲ ਹੋ ਜਾਂਦਾ। ਤਾਂ ਅਸੀਂ ਉਹ ਗੱਠਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਅੱਜ 10 ਬੰਦੇ ਅਗਰ ਮਿਲਕ ਪਲਾਂਟ ਦਾ ਕੰਮ ਕਰ ਰਹੇ ਤਾਂ 10 ਦੇ ਵਿੱਚ ਅਸੀਂ ਉਹਨਾਂ ਤੋਂ 10 ਦਾ ਜਿਹੜਾ ਕਿ ਯੂਨੀਕ ਪ੍ਰੋਡਕਟ ਬਣਵਾਈਏ। 10 ਵੱਖਰੇ ਜਾਂ ਕਿਸੇ ਕੋਲ ਘਿਓ ਬਣ ਗਿਆ, ਕਿਸੇ ਕੋਲ ਪਨੀਰ ਬਣ ਗਿਆ, ਠੀਕ ਹੈ। ਉਹਨਾਂ ਦੇ ਜਿਹਦੇ ਨਾਲ ਅਗਰ ਜਿੰਨਾ ਬਲਕ ਦੇ ਵਿੱਚ ਕੋਈ ਵੀ ਚੀਜ਼ ਬਣਦੀ ਹੈ, ਉਹਨੀ ਪ੍ਰੋਡਕਸ਼ਨ ਕੋਸਟ ਘੱਟ ਹੁੰਦੀ ਹੈ, ਠੀਕ ਹੈ। ਉਹਨਾਂ ਦੀ ਮਾਰਕੀਟਿੰਗ ਅਸੀਂ ਵਧੀਆ ਤਰੀਕੇ ਨਾਲ ਕਰ ਸਕਦੇ ਹਾਂ। ਜਿਹੜੇ ਵੱਡੇ ਮਗਰਮੱਛ ਨੇ ਉਹਨਾਂ ਦੇ ਸਾਹਮਣੇ ਅਸੀਂ ਖੜੇ ਹੋ ਸਕਦੇ ਹਾਂ ਆਣ ਕੇ ਵੀ ਇਹ ਸਾਡਾ ਪ੍ਰੋਡਕਟ ਹੈ, ਸਾਡੀ ਕੁਆਲਿਟੀ ਉਹਨਾਂ ਨਾਲੋਂ ਸੁਪੀਰੀਅਰ ਹੈਗੀ ਹੈ ਤੇ ਉਹਨਾਂ ਤੋਂ ਬੈਸਟ ਰੇਟ ਤੇ ਦੇ ਰਹੇ ਹਾਂ। ਅਸੀਂ ਬੈਸਟ ਰੇਟ ਸਾਡਾ ਮੇਨ ਹੈਗਾ ਕਿ ਅਸੀਂ ਬੈਸਟ ਰੇਟ ਤੇ ਦਈਏ, ਸਸਤਾ ਜਾਂ ਮਹਿੰਗਾ ਨਹੀਂ, ਬੈਸਟ ਕੁਆਲਿਟੀ ਐਟ ਬੈਸਟ ਪ੍ਰਾਈਸ। ਕੰਪੀਟੀਸ਼ਨ ਬਹੁਤ ਹਾਰਡ ਹੈ। ਮੈਂ ਪਹਿਲਾਂ ਵੀ ਗੱਲ ਕਰ ਚੁੱਕਿਆ ਵੀ ਵੱਡੇ ਬ੍ਰਾਂਡ ਨੇ ਉਹ ਸਮਾਨ ਆਪਦਾ ਪਹਿਲਾਂ ਲਾਂਚ ਕਰ ਚੁੱਕੇ ਨੇ। ਹਾਲਾਂਕਿ ਕਈ ਚੀਜ਼ਾਂ ਨੇ ਜੋ ਕਿਸਾਨ ਤੋਂ 7 ਰੁਪਏ 'ਚ ਲੈ ਕੇ ਆਪ 150 ਰੁਪਏ ਕਿਲੋ ਵੀ ਵੇਚਦੇ ਨੇ। ਮੱਕੀ ਦੀ ਗੱਲ ਮੈਂ ਕਰ ਰਿਹਾ, ਮੱਕੀ ਦਾ ਰੇਟ ਇਹੀ ਸੀ, 7 ਰੁਪਏ ਕਿਲੋ ਲੈਂਦੇ ਸੀ, 150 ਰੁਪਏ ਕਿਲੋ ਆਟਾ ਵਿਕ ਰਿਹਾ ਸੀ ਮੱਕੀ ਦਾ। ਸੋ ਇੱਦਾਂ ਦੇ ਕਾਰਪੋਰੇਟ ਨੂੰ ਢਾਉਣਾ ਸੌਖਾ ਕੰਮ ਨਹੀਂ ਹੈਗਾ। ਸਾਡਾ ਮਕਸਦ ਉਹਨਾਂ ਨੂੰ ਢਾਉਣਾ ਹੈ ਹੀ ਨਹੀਂਗਾ। ਸਾਡਾ ਮਕਸਦ ਹੈ ਸਾਡੀਆਂ ਆਪਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਨਾ। ਅਸੀਂ ਉਹਨਾਂ ਨਾਲ ਕੰਪੀਟੀਸ਼ਨ, ਅਗਰ ਅਸੀਂ ਕਹੀਏ ਕਿ ਬਹੁਤ ਸਾਰੇ ਵੱਡੇ ਕਾਰਪੋਰੇਟਸ ਨੇ, ਅਸੀਂ ਉਹਨਾਂ ਨਾਲ ਮੱਥਾ ਲਾ ਲਈਏ, ਅੱਜ ਸਾਡੀ ਔਕਾਤ ਨਹੀਂ ਹੈਗੀ ਕਿ ਮੈਂ ਉਹਨਾਂ ਨਾਲ ਜਾ ਕੇ ਮੱਥਾ ਲਾ ਲਈਏ। ਅੱਜ ਸਾਡੀਆਂ ਜੜ੍ਹਾਂ ਮਜ਼ਬੂਤ ਕਰਨੀਆਂ, ਸਾਡੇ ਪੈਰ ਪੱਕੇ ਕਰਨ ਦੀ ਜ਼ਰੂਰਤ ਹੈਗੀ ਹੈ। ਅੱਜ ਸਾਡਾ ਹੈਗਾ ਕਿ ਜਿਹੜਾ ਮਿਨੀਮਾਈਜ਼ ਦਾ ਲੋਸ, ਕਿਸ ਤਰੀਕੇ ਨਾਲ ਅਸੀਂ ਆਪਦੇ ਲੋਸ ਨੂੰ ਮਿਨੀਮਾਈਜ਼ ਕਿਸ ਤਰੀਕੇ ਨਾਲ ਕਰ ਸਕਦੇ ਹਾਂ, ਆਪਣੇ ਆਪ ਨੂੰ ਇਸਟੈਬਲਿਸ਼ ਕਿਸ ਤਰੀਕੇ ਨਾਲ ਕਰ ਸਕਦੇ ਹਾਂ, ਅਸੀਂ ਉਹਨਾਂ ਚੀਜ਼ਾਂ 'ਤੇ ਕੰਮ ਕਰ ਰਹੇ ਹਾਂ। ਰਾਈਜ਼ ਹੋਣ ਵਾਸਤੇ ਸਾਨੂੰ ਉੱਚੀ ਛਾਲ ਮਾਰਨ ਵਾਸਤੇ ਚੰਗੇ ਤਰੀਕੇ ਨਾਲ ਪੈਰ ਮਜ਼ਬੂਤ ਕਰਨੇ ਹੀ ਪੈਣਗੇ। ਕਿਸਾਨ ਰਾਈਜ਼ ਦੀ ਲੋੜ ਪਊ, ਬਿਲਕੁਲ ਰਾਈਜ਼ ਦੀ ਲੋੜ ਪਏਗੀ, ਕਿਸਾਨ ਦੀ ਲੋੜ ਪਏਗੀ। ਇੱਕ ਯੂਨਿਟੀ, ਅਸੀਂ ਇੱਕ ਪਲੇਟਫਾਰਮ ਤਿਆਰ ਕਰ ਰਹੇ ਹਾਂ ਜਿਹਦੇ 'ਚ ਕਿ ਅੱਜ ਦੇ ਟਾਈਮ ਦੇ ਵਿੱਚ ਕੀ ਹੈ ਕਿ ਅਗਰ ਕਿਸੇ ਵੀ ਇੱਕ ਬਾਜ਼ਾਰ ਦੇ ਵਿੱਚ 10 ਦੁਕਾਨਾਂ ਨੇ ਔਰ 10 ਹੀ ਇੱਕ ਹੀ ਪ੍ਰੋਡਕਟ ਵੱਖਰੇ ਤਰੀਕੇ ਨਾਲ ਬਣਾ ਰਹੇ ਨੇ ਤੇ 10 ਦੇ ਰੇਟ ਵੀ ਵੱਖਰੇ ਨੇ। ਅਸੀਂ ਚਾਹੁੰਦੇ ਹਾਂ ਕਿ ਉਹ 10 ਨੂੰ ਇੱਕ ਜੋੜਿਆ ਜਾਵੇ, ਉਹਨਾਂ ਨੂੰ ਇਸ ਤਰੀਕੇ ਨਾਲ ਉਹਨਾਂ ਦੀ ਸਕਿੱਲ ਡਿਵੈਲਪ ਕਰਵਾਈ ਜਾਵੇ, ਉਹਨਾਂ ਦਾ ਸਟੈਂਡਰਡਾਈਜੇਸ਼ਨ ਹੋਵੇ। ਉਹ 10 ਬੰਦੇ ਜਿਹੜੇ ਹੈਗੇ ਨੇ ਆਪਦੀਆਂ ਦੁਕਾਨਾਂ ਨੇ ਜੋ ਪ੍ਰੋਡਕਸ਼ਨ ਕਰ ਰਹੇ ਨੇ, ਉਹ ਇੱਕ ਤਰੀਕੇ ਨਾਲ ਪ੍ਰੋਡਕਸ਼ਨ ਕਰਨ। ਉਹਨਾਂ ਦਾ ਪ੍ਰੋਡਕਸ਼ਨ ਜਦੋਂ ਇੱਕ ਤਰੀਕੇ ਦਾ ਹੋਏਗਾ, ਉਹਨਾਂ ਨੂੰ ਇੱਕ ਹੀ ਮਾਰਕੇ ਥੱਲੇ ਕਾਰਪੋਰੇਟ ਤਰੀਕੇ ਨਾਲ, ਇੱਕ ਇਕੱਠੇ ਤਰੀਕੇ ਨਾਲ ਉਹਨੂੰ ਆਪਾਂ
ਮਾਰਕੀਟ ਦੇ ਵਿੱਚ ਵੇਚੀਏ, ਜਿੰਦੇ 'ਚ ਪ੍ਰੋਡਕਸ਼ਨ ਕੋਸਟ ਹੁਣ ਮੰਨ ਲਓ ਕਿ 10 ਦੁਕਾਨਾਂ ਨੇ, 10 ਦੁਕਾਨਾਂ ਵੱਖਰੇ ਤਰੀਕੇ ਨਾਲ ਰੋ ਮਟੀਰੀਅਲ ਖਰੀਦ ਰਹੀਆਂ ਨੇ। ਜਦੋਂ ਅਸੀਂ ਰਲ ਕੇ ਰੋ ਮਟੀਰੀਅਲ ਖਰੀਦਾਂਗੇ ਤਾਂ ਅਸੀਂ ਉਹਨੂੰ ਸਸਤੇ ਨਾਲ ਲੈ ਕੇ ਆਵਾਂਗੇ, ਸਾਡੇ ਪ੍ਰੋਡਕਸ਼ਨ ਕੋਸਟ 'ਤੇ ਇੰਪੈਕਟ ਫਰਕ ਆਏਗਾ। ਜਿਸ ਤਰੀਕੇ ਨਾਲ ਉਸੇ ਤਰੀਕੇ ਨਾਲ ਅਸੀਂ ਮਾਰਕੀਟ ਦੇ ਵਿੱਚ ਜਾਵਾਂਗੇ, 10 ਜਾਣੇ ਵੇਚਣ ਜਾਣਗੇ ਤਾਂ ਉਹਨਾਂ ਦੇ ਐਕਸਪੈਂਸਿਸ ਵੀ 10 ਤਰੀਕੇ ਨਾਲ ਹੋਣਗੇ। ਅਗਰ ਅਸੀਂ ਇੱਕ ਬਣ ਕੇ ਜਾਵਾਂਗੇ ਤਾਂ ਸਾਡੇ ਐਕਸਪੈਂਸਿਸ ਵੀ ਘੱਟ ਹੋਣਗੇ, ਤਾਂ ਅਸੀਂ ਬੈਸਟ ਪ੍ਰਾਈਸ ਦੇ ਉੱਪਰ ਬੈਸਟ ਕੁਆਲਿਟੀ ਪ੍ਰੋਡਕਟ ਦੇ ਸਕਦੇ ਹਾਂ ਇਕੱਠੇ ਹੋ ਕੇ। ਸੋ ਲੋੜ ਕਿਸਾਨਾਂ ਨੂੰ ਇਸ ਵਕਤ ਇਹ ਹੈ ਕਿ ਉਹ ਵਪਾਰ ਦੀਆਂ ਜੋ ਨੀਤੀਆਂ ਨੇ ਨਾ ਉਹਨਾਂ ਨੂੰ ਸਮਝ ਲੈਣ ਕਿ ਵਪਾਰ ਕਿਵੇਂ ਕੀਤਾ ਜਾਂਦਾ ਹੈ ਤੇ ਅੰਤਰਰਾਸ਼ਟਰੀ ਜੋ ਬਾਜ਼ਾਰ ਹੈ ਉਸ ਬਾਜ਼ਾਰ ਦੇ ਮੈਦਾਨ ਵਿੱਚ ਉਤਰਨਾ ਕਿਵੇਂ ਆ। ਤੇ ਜੇਕਰ ਕਿਸਾਨ ਰਾਈਜ਼ ਦੀ ਗੱਲ ਕਰੀਏ ਪਰਮਿੰਦਰ, ਕਿਸਾਨ ਰਾਈਜ਼ ਦੇ ਨਾਲ ਕਿਸਾਨ ਕਿਵੇਂ ਜੁੜ ਸਕਦੇ ਨੇ? ਜੇਕਰ ਚਾਹੇ ਕਿਸੇ ਨੇ ਇਨਵੈਸਟ ਕਰਨੀ ਹੈ, ਚਾਹੇ ਕਿਸੇ ਨੇ ਆਪਦਾ ਪ੍ਰੋਜੈਕਟ ਲਾਉਣਾ ਹੈ ਜਾਂ ਲੱਗ ਰਿਹਾ ਆ ਉਹ ਤੁਹਾਡੇ ਨਾਲ ਜੁੜਨਾ ਚਾਹੁੰਦਾ ਆ, ਉਹ ਕਿਵੇਂ ਜੁੜ ਸਕਦਾ? ਅਸੀਂ ਇੱਕ ਪਲੇਟਫਾਰਮ ਤਿਆਰ ਕੀਤਾ ਹੈ, ਵੈਬਸਾਈਟ ਹੈ www.kisanrise.com। ਉਹ ਉਸ ਵੈਬਸਾਈਟ ਦੇ ਉੱਪਰ ਜਾ ਸਕਦੇ ਨੇ, ਕਲਿੱਕ ਕਰਨ, ਉਹਦੇ ਤੇ ਜੋਬ ਦਾ ਆਪਸ਼ਨ ਹੈਗਾ, ਬਿਜ਼ਨਸ ਦਾ ਆਪਸ਼ਨ ਹੈਗਾ, ਸਪੋਰਟਰ ਦਾ ਹੈਗਾ, ਇਨਵੈਸਟਰ ਦਾ ਹੈਗਾ। ਉਹ ਕੋਈ ਵੀ ਆਪਸ਼ਨ ਆਪਣਾ ਚੂਜ਼ ਕਰ ਸਕਦੇ ਨੇ, ਆਪਦੀ ਇਨਫੋਰਮੇਸ਼ਨ ਫਿਲ ਕਰਨ, ਸਾਡੇ ਕੋਲ ਉਹਨਾਂ ਦੀ ਇਨਫੋਰਮੇਸ਼ਨ ਆਏਗੀ, ਅਸੀਂ ਉਹਨਾਂ ਨਾਲ ਕੰਟੈਕਟ ਕਰਾਂਗੇ। ਅਗਰ ਉਹਨਾਂ ਕੋਲ 50,000 ਰੁਪਏ ਤੋਂ ਲੈ ਕੇ 5 ਕਰੋੜ ਰੁਪਏ ਤੱਕ ਦਾ ਕਿੰਨਾ ਵੀ ਇਨਵੈਸਟਮੈਂਟ ਕਰਨ ਦੀ ਕੈਪੇਬਿਲਿਟੀ ਹੈਗੀ ਹੈ, ਅਕੋਰਡਿੰਗ ਟੂ ਉਹਨਾਂ ਦੀ ਜੋ ਇਨਵੈਸਟਮੈਂਟ ਕੈਪੇਬਿਲਿਟੀ ਹੈਗੀ ਹੈ, ਉਸ ਨੂੰ ਦੇਖਦੇ ਹੋਏ ਅਸੀਂ ਉਹਨਾਂ ਨੂੰ ਪ੍ਰੋਜੈਕਟ ਸੁਜੈਸਟ ਕਰਾਂਗੇ। ਕਿਸੇ ਵੀ ਤਰ੍ਹਾਂ ਦੀ ਇੰਡਸਟਰੀ ਦੇ ਮੰਨ ਲਓ ਕਿ 10 ਤਰ੍ਹਾਂ ਦੀ ਇੰਡਸਟਰੀ ਦੇ ਵਿੱਚ ਅਸੀਂ ਕੰਮ ਕਰ ਰਹੇ ਹਾਂ ਤਾਂ 10 ਤਰ੍ਹਾਂ ਦੇ ਅਸੀਂ ਪ੍ਰੋਜੈਕਟ ਉਹਨਾਂ ਨੂੰ ਡਿਸਕਸ ਕਰਾਂਗੇ। ਉਹਨਾਂ ਦੇ ਵਿੱਚੋਂ ਜੋ ਵੀ ਪ੍ਰੋਜੈਕਟ ਉਹ ਚੂਜ਼ ਕਰਦੇ ਨੇ ਉਹਨਾਂ ਨਾਲ ਉਸੇ ਪ੍ਰੋਜੈਕਟ ਦੇ ਉੱਪਰ ਕੰਮ ਕੀਤਾ ਜਾਏਗਾ। ਮੰਨ ਲਓ ਕਿ ਕਿਸੇ ਨੇ ਆਪਦਾ ਪਲਾਂਟ ਲਗਾਇਆ ਹੋਇਆ, ਆਲਰੇਡੀ ਪਲਾਂਟ ਲਗਾਇਆ ਹੋਇਆ, ਉਹਨਾਂ ਦੀ ਕੁਆਲਿਟੀ ਬਹੁਤ ਅੱਛੀ ਹੈ, ਤਾਂ ਉਹ ਚਾਹੁੰਦੇ ਨੇ ਕਿ ਉਹਨਾਂ ਵਾਸਤੇ ਅਸੀਂ ਬਾਜ਼ਾਰ ਇਸਟੈਬਲਿਸ਼ ਕਰਨਾ ਚਾਹੁੰਦੇ ਨੇ, ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਨੇ। ਅਸੀਂ ਉਹਨਾਂ ਨੂੰ ਬਿਹਤਰ ਜਿਹੜਾ ਸਟੈਂਡਰਡਾਈਜੇਸ਼ਨ ਹੈਗਾ ਉਹਨਾਂ ਦੇ ਪ੍ਰੋਡਕਟ ਦਾ, ਉਹਨਾਂ ਦੀ ਕੋਸਟਿੰਗ ਕਿਸ ਤਰੀਕੇ ਨਾਲ ਘੱਟ ਕਰ ਸਕਦੇ ਹਾਂ, ਪ੍ਰੋਡਕਟ ਨੂੰ ਹੋਰ ਅਸੀਂ ਲੁਕਰੇਟਿਵ ਬ੍ਰਾਂਡਿੰਗ ਵਗੈਰਾ ਕਿਸ ਤਰੀਕੇ ਨਾਲ ਪ੍ਰੋਪਰ ਕਰ ਸਕਦੇ ਹਾਂ, ਉਹਨਾਂ ਦੀ ਮਾਰਕੀਟਿੰਗ ਕਿਸ ਤਰੀਕੇ ਨਾਲ ਹੋ ਸਕਦੀ ਹੈ, ਐਡਵਰਟਾਈਜ਼ਮੈਂਟ ਕਿਸ ਤਰ੍ਹਾਂ ਹੋ ਸਕਦੀ ਹੈ, ਡਿਸਟ੍ਰੀਬਿਊਸ਼ਨ ਚੈਨਲ ਕਿਸ ਤਰ੍ਹਾਂ ਬਣੇਗਾ, ਉਹ ਸਾਰੀਆਂ ਐਕਟੀਵਿਟੀਜ਼ ਅਸੀਂ ਉਹਨਾਂ ਨਾਲ ਮਿਲ ਕੇ ਕਰ ਸਕਦੇ ਹਾਂ। ਸੋ ਵੱਡੀ ਛਾਲ ਮਾਰਨ ਦੀ ਲੋੜ ਹੈ, ਲੇਕਿਨ ਉਸ ਦੇ ਲਈ ਪਹਿਲਾਂ ਪੈਰ ਪੱਟਣਾ ਪਵੇਗਾ, ਘਰ ਤੋਂ ਬਾਹਰ ਨਿਕਲਣਾ ਪਵੇਗਾ। ਸਾਡੀ ਅਪੀਲ ਇਹੀ ਹੈ ਕਿ ਜਿਸ ਤਰੀਕੇ ਨਾਲ ਅੰਦੋਲਨ ਉੱਥੇ ਚੱਲ ਰਿਹਾ ਹੈ, ਜਿਸ ਤਰੀਕੇ ਨਾਲ ਅੱਜ ਇਕੱਠੇ ਹੋ ਕੇ ਅੰਦੋਲਨ ਕਿਸਾਨ ਕਰ ਰਹੇ ਨੇ, ਤਾਂ ਕਿਸਾਨ ਇਸ ਫੀਲਡ ਦੇ ਵਿੱਚ ਵੀ ਅੰਤਰਰਾਸ਼ਟਰੀ ਪੱਧਰ ਤੇ ਵੀ ਜਿਹੜਾ ਕਿ ਇਕੱਠਾ ਹੋ ਸਕਣ, ਤਾਂ ਜੋ ਆਉਣ ਵਾਲਾ ਸਮਾਂ, ਜੋ ਭਿਆਨਕ ਸਮਾਂ ਆਉਣ ਵਾਲਾ, ਉਹਦੇ ਤੋਂ ਕਿਸਾਨ ਨੂੰ ਜੋ ਮਾਰ ਪੈਣੀ ਹੈ ਉਹ ਤੋਂ ਬਚਿਆ ਜਾ ਸਕੇ। ਮੈਂ ਸੁਰਖਾਬ ਆਪਣੇ ਸਹਿਯੋਗੀ ਰਮਣੀ ਦੇ ਨਾਲ, ਰੋਜ਼ਾਨਾ ਸਪੋਕਸਮੈਨ, ਖਰੜ, ਮੋਹਾਲੀ।